ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਰਾਮਦਾਸ ਜੀ ਦਾ ਜੀਵਨ ਬਿਰਤਾਂਤ ਸ਼ੁਰੂ ਕਰਨ ਜਾ ਰਹੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਗੁਰੂ ਰਾਮਦਾਸ ਜੀ ਚੌਥੀ ਪਾਤਸ਼ਾਹੀ। ਸ਼੍ਰੀ ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਪਹਿਲਾ ਪਿਆਰ ਦਾ ਨਾਮ ਭਾਈ ਜੇਠਾ ਜੀ ਸੀ, ਸ਼੍ਰੀ ਹਰੀਦਾਸ ਮੱਲ ਜੀ ਸੋਢੀ ਖੱਤਰੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਕੱਤਕ ਵਧੀ 23 ਅੱਸੂ ਸੰਮਤ 1581 ਨੂੰ ਬਾਜ਼ਾਰ ਚੂਨੇ ਮੰਡੀ ਲਾਹੌਰ ਵਿੱਚ ਪੈਦਾ ਹੋਏ। ਛੋਟੀ ਬਾਲ ਅਵਸਥਾ ਵਿੱਚ ਹੀ ਆਪ ਜੀ ਦੀ ਮਾਤਾ ਦਇਆ ਕੌਰ ਜੀ ਦਾ ਦੇਹਾਂਤ ਹੋ ਗਿਆ ਅਤੇ ਜਦ ਆਪ ਜੀ 7 ਸਾਲਾਂ ਦੇ ਹੋਏ ਤਾਂ ਆਪ ਜੀ ਦੇ ਪਿਤਾ ਸ਼੍ਰੀ ਹਰੀਦਾਸ ਜੀ ਵੀ ਪਰਲੋਕ ਸਿਧਾਰ ਗਏ। ਆਪ ਜੀ ਨੂੰ ਇਸ ਯਤੀਮ ਅਵਸਥਾ ਵਿੱਚ ਆਪ ਜੀ ਦੀ ਨਾਨੀ ਆਪਣੇ ਪਾਸ ਬਸਰਕੇ ਪਿੰਡ ਲੈ ਗਈ। ਬਸਰਕੇ ਆਪ ਜੀ ਦੇ ਨਾਨਕੇ ਸਨ। ਇੱਥੇ ਆਣ ਕੇ ਆਪ ਜੀ ਦੀ ਨਾਨੀ ਨੇ ਹੋਰ ਖੱਤਰੀ ਬਾਲਕਾਂ ਵਾਂਗੂ ਆਹਰੇ ਲਾਉਣ ਵਾਸਤੇ ਕੁੰਗਣੀਆਂ, ਉਬਾਲੇ ਹੋਏ ਛੋਲੇ ਜਿਨ੍ਹਾਂ ਨੂੰ ਕਹਿੰਦੇ ਹਨ, ਵੇਚਣ ਵਾਸਤੇ ਛਾਬਾ ਲਾ ਦਿੱਤਾ। ਸ਼੍ਰੀ ਗੁਰੂ ਅਮਰਦਾਸ ਜੀ ਪਿੰਡ ਬਾਸਰਕੇ ਦੇ ਵਸਨੀਕ ਸਨ, ਜੋ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਤੋਂ ਗੁਰੂ ਸੇਵਾ ਪ੍ਰਾਪਤ ਕਰਕੇ ਗੋਂਦੇ ਮਰਵਾਹੇ ਦੀ ਬੇਨਤੀ ਅਨੁਸਾਰ ਉਸ ਦਾ ਨਗਰ ਗੋਇੰਦਵਾਲ ਵਸਾਉਣ ਵਾਸਤੇ ਗੋਇੰਦਵਾਲ ਹੀ ਵਸ ਗਏ ਸਨ। ਸ਼੍ਰੀ ਜੇਠਾ ਜੀ ਆਪਣੀ ਨਾਨੀ ਪਾਸ ਬਾਸਰਕੇ ਰਹਿੰਦੇ ਸਨ ਅਤੇ ਗੁਰੂ ਅਮਰਦਾਸ ਜੀ ਇਹਨਾਂ ਨੂੰ ਤੇ ਇਹਨਾਂ ਦੀ ਬਿਰਧ ਨਾਨੀ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ। ਜਦ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਅਨੁਸਾਰ ਆਪ ਜੀ ਆਪਣੇ ਪਰਿਵਾਰ ਅਤੇ ਸੰਬੰਧੀਆਂ ਨੂੰ ਆਪਣੇ ਪਾਸ ਗੋਇੰਦਵਾਲ ਹੀ ਲੈ ਆਏ ਤਾਂ ਸ਼੍ਰੀ ਜੇਠਾ ਜੀ ਵੀ ਆਪਣੀ ਨਾਨੀ ਨਾਲ ਸ਼੍ਰੀ ਗੁਰੂ ਅਮਰਦਾਸ ਜੀ ਦੀ ਪ੍ਰੇਰਨਾ ਕਰਕੇ ਗੋਇੰਦਵਾਲ ਹੀ ਆ ਗਏ। ਗੋਇੰਦਵਾਲ ਆਣ ਕੇ ਵੀ ਸ਼੍ਰੀ ਜੇਠਾ ਜੀ ਘੁੰਗਣੀਆਂ ਦਾ ਛਾਬਾ ਲਾਉਂਦੇ ਅਤੇ ਉਪਰੰਤ ਆਪਣੀ ਕਾਰ ਤੋਂ ਵਿਹਲੇ ਹੋ ਕੇ ਗੁਰੂ ਕੇ ਲੰਗਰ ਆਦਿ ਦੀ ਸੇਵਾ ਵਿੱਚ ਆਪਣਾ ਜੀਵਨ ਬਤੀਤ ਕਰਦੇ ਸਨ। ਜਦ ਸ਼੍ਰੀ ਗੁਰੂ ਅਮਰਦਾਸ ਜੀ ਚੇਤ ਸੁਦੀ 4 ਸੰਮਤ 1608 ਵਿੱਚ ਗੁਰਗੱਦੀ ਉੱਤੇ ਬਿਰਾਜਮਾਨ ਹੋ ਗਏ ਤਾਂ ਆਪ ਜੀ ਸ਼੍ਰੀ ਜੇਠਾ ਜੀ ਦਾ ਹੋਰ ਵੀ ਵਧੇਰੇ ਧਿਆਨ ਰੱਖਣ ਲੱਗ ਗਏ, ਜਿਸ ਕਰਕੇ ਆਪ ਜੀ ਦੀ ਸਹਿਨਸ਼ੀਲਤਾ ਅਤੇ ਆਗਿਆਕਾਰੀ ਨਿਰਮਲਤਾ ਭਾਵ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਆਪਣੀ ਛੋਟੀ ਬੀਬੀ ਭਾਨੀ ਜੀ ਦਾ ਵਿਆਹ 22 ਫੱਗਣ ਸੰਮਤ 1610 ਨੂੰ ਆਪ ਜੀ ਨਾਲ ਕਰ ਦਿੱਤਾ। ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ 3 ਪੁੱਤਰ ਪੈਦਾ ਹੋਏ। ਸ਼੍ਰੀ ਬਾਬਾ ਪਿਰਥੀ ਚੰਦ ਜੀ, ਸ਼੍ਰੀ ਬਾਬਾ ਮਹਾਦੇਵ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ। ਵਿਆਹ ਉਪਰੰਤ ਵੀ ਸ਼੍ਰੀ ਗੁਰੂ ਰਾਮਦਾਸ ਜੀ ਆਪਣਾ ਜਵਾਈਆਂ ਵਾਲਾ ਮਾਣ ਤਾਣ ਛੱਡ ਕੇ ਪਹਿਲੇ ਵਾਂਗੂ ਹੀ ਗੁਰੂ ਘਰ ਦੇ ਲੰਗਰ ਅਤੇ ਸੰਗਤ ਦੀ ਸੇਵਾ ਵਿੱਚ ਲੱਗੇ ਰਹੇ। ਸ਼੍ਰੀ ਗੁਰੂ ਅਮਰਦਾਸ ਜੀ ਨੇ ਬੌਲੀ ਦੀ ਰਚਨਾ ਆਰੰਭ ਕੀਤੀ ਸੀ। ਇਸ ਦੀ ਕਾਰ ਸੇਵਾ ਵਿੱਚ ਬਹੁਤ ਸਿੱਖ ਸੇਵਕ ਅਤੇ ਰਾਜ ਮਜ਼ਦੂਰ ਕੰਮ 'ਤੇ ਲੱਗ ਗਏ। ਇਹਨਾਂ ਦੇ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਵੀ ਟੋਕਰੀ ਚੁੱਕ ਕੇ ਮਿੱਟੀ ਢੋਂਦੇ ਰਹੇ। ਇਹਨਾਂ ਦਿਨਾਂ ਵਿੱਚ ਹਰਿਦੁਆਰ ਕੁੰਭ ਦੇ ਮੇਲੇ ਉੱਤੇ ਜਾਂਦੀ ਹੋਈ ਲਾਹੌਰ ਦੀ ਸੰਗਤ ਗੋਇੰਦਵਾਲ ਪੱਤਣ ਉੱਤੇ ਆਣ ਠਹਿਰੀ। ਇਸ ਸੰਗਤ ਵਿੱਚ ਸ਼੍ਰੀ ਜੇਠਾ ਜੀ ਦੀ ਜਾਤ ਬਰਾਦਰੀ ਦੇ ਸੋਢੀ ਖੱਤਰੀ ਵੀ ਸਨ। ਉਹਨਾਂ ਨੇ ਜਦ ਸ਼੍ਰੀ ਜੇਠਾ ਜੀ ਨੂੰ ਟੋਕਰੀ ਢੋਂਦੇ ਵੇਖਿਆ ਤਾਂ ਉਹ ਬੜੇ ਕ੍ਰੋਧ ਨਾਲ ਗੁਰੂ ਜੀ ਪਾਸ ਆ ਗਏ ਅਤੇ ਕੁਝ ਕੁੜਮਚਾਰੀ ਦੇ ਹੰਕਾਰ ਕਰਕੇ ਕੁਝ ਜੇਠਾ ਜੀ ਦੀ ਮਾੜੀ ਹਾਲਤ ਨੂੰ ਵੇਖ ਕੇ ਗੁੱਸੇ ਨਾਲ ਭਰੇ ਹੋਏ ਨੇ ਬਿਨਾਂ ਕਿਸੇ ਸਤਿਕਾਰ ਦੇ ਗੁਰੂ ਜੀ ਨੂੰ ਆਖਿਆ, ਤੁਸੀਂ ਇਹ ਕੋਈ ਚੰਗਾ ਕੰਮ ਨਹੀਂ ਕਰ ਰਹੇ। ਜਵਾਈ ਪਾਸੋਂ ਮਜ਼ਦੂਰਾਂ ਵਾਲਾ ਕੰਮ ਕਰਾਉਂਦੇ ਹੋ। ਉੱਚੀ ਕੁਲ ਦਾ ਜਾਤਕ ਤਾਏ ਚਾਚਿਆਂ ਅਥਵਾ ਬਰਾਦਰੀ ਦੇ ਬੋੜ ਵਾਲਾ ਹੈ। ਤੁਸਾਂ ਇਸ ਨੂੰ ਇਸ ਨਖਿੱਧ ਕੰਮ ਉੱਤੇ ਲਾਇਆ ਹੋਇਆ ਹੈ। ਸਾਨੂੰ ਸ਼ਰੀਕ ਕੀ ਆਖਣਗੇ। ਇਸ ਪ੍ਰਕਾਰ ਇਹਨਾਂ ਦੀਆਂ ਗੱਲਾਂ ਸੁਣ ਕੇ ਸ਼੍ਰੀ ਜੇਠਾ ਜੀ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਆਖਿਆ, ਮਹਾਰਾਜ, ਇਹ ਆਪ ਜੀ ਦੀ ਮਹਿਮਾ ਤੋਂ ਜਾਣੂ ਨਹੀਂ ਹਨ, ਇਸ ਕਰਕੇ ਬਿਨਾਂ ਸੋਚੇ ਸਮਝੇ ਹੀ ਵੱਧ ਘੱਟ ਬੋਲ ਰਹੇ ਹਨ।
ਇਸ ਕਰਕੇ ਇਹਨਾਂ ਦੇ ਬੋਲਾਂ ਦਾ ਗੁੱਸਾ ਨਾ ਕਰਦੇ ਹੋਏ ਇਹਨਾਂ 'ਤੇ ਕਿਰਪਾ ਦ੍ਰਿਸ਼ਟੀ ਹੀ ਰੱਖਣੀ। ਸ਼੍ਰੀ ਜੇਠਾ ਜੀ ਪਾਸੋਂ ਇਹ ਨਿਮਰਤਾਪੂਰਨ ਬੇਨਤੀ ਸੁਣ ਕੇ ਗੁਰੂ ਜੀ ਨੇ ਅਨੁਭਵ ਕੀਤਾ ਕਿ ਜੇਠਾ ਜੀ ਦੇ ਮਨ ਵਿੱਚ ਸਾਡੇ ਪ੍ਰਤੀ ਕਿਤਨਾ ਪ੍ਰੇਮ ਤੇ ਸ਼ਰਧਾ ਹੈ। ਲੋਕਾਚਾਰੀ ਲੋਕ ਲਾਜ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਇਹ ਸਾਡੀ ਪ੍ਰੇਮਾ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਲਾਲੋ ਲਾਲ ਹਨ। ਫਿਰ ਗੁਰੂ ਜੀ ਨੇ ਲਾਹੌਰ ਵਾਸੀ ਮੁਖੀਆਂ ਨੂੰ ਕਿਹਾ, ਸ਼੍ਰੀ ਜੇਠਾ ਜੀ ਦੇ ਸਿਰ ਉੱਤੇ ਮਿੱਟੀ ਦੀ ਟੋਕਰੀ ਨਹੀਂ ਹੈ, ਜਗਤ ਦਾ ਛੱਤਰ ਹੈ। ਇਹ ਤੁਹਾਡੀ ਕੁਲ ਨੂੰ ਉਜਾਗਰ ਕਰਨ ਵਾਲਾ ਹੋਵੇਗਾ। ਗੁਰੂ ਜੀ ਦੇ ਇਤਿਆਦਿਕ ਬਚਨ ਸ਼੍ਰੀ ਜੇਠਾ ਜੀ ਦੇ ਮਾਣ ਵਿੱਚ ਸੁਣ ਕੇ ਆਪ ਜੀ ਦੇ ਸ਼ਰੀਕ ਚੁੱਪ ਕਰ ਗਏ ਅਤੇ ਲੰਗਰ ਛਕ ਕੇ ਹਰਿਦੁਆਰ ਨੂੰ ਤੁਰ ਗਏ। ਸ਼੍ਰੀ ਗੁਰੂ ਅਮਰਦਾਸ ਜੀ ਨੇ ਜਦ ਬੌਲੀ ਦੀ ਚੱਟ ਸਮੇਂ ਜਾਤੀ ਭੇਦ ਮਿਟਾ ਕੇ ਚਹੁੰ ਵਰਨਾ ਖੱਤਰੀ ਬ੍ਰਾਹਮਣ ਸ਼ੂਦਰ ਅਤੇ ਵੈਸ਼ ਨੂੰ ਇੱਕ ਪੰਗਤ ਵਿੱਚ ਬਿਠਾ ਕੇ ਭੋਜਨ ਵਰਤਾਇਆ ਤਾਂ ਇਸ ਗੱਲ ਦੀ ਚਰਚਾ ਘਰ ਘਰ ਤੇ ਪਿੰਡ ਪਿੰਡ ਹੋਣ ਲੱਗ ਗਈ ਕਿ ਗੁਰੂ ਜੀ ਨੇ ਪੁਰਾਤਨ ਮਰਿਆਦਾ ਤੋੜ ਕੇ ਸ਼ੰਕਰ ਵਰਣ ਦਾ ਮਾਰਗ ਅਪਣਾ ਲਿਆ ਹੈ। ਇਸ ਨੂੰ ਜੇ ਹੁਣ ਇਸ ਨਿਸ਼ੇਧ ਕਰਮ ਤੋਂ ਨਾ ਰੋਕਿਆ ਗਿਆ ਤਾਂ ਖੱਤਰੀ ਧਰਮ ਮਿਟ ਜਾਏਗਾ ਅਤੇ ਬ੍ਰਾਹਮਣਾਂ ਨੂੰ ਮੰਨਣ ਵਾਲਾ ਕੋਈ ਨਹੀਂ ਰਹੇਗਾ। ਪਿੱਤਰ ਅਤੇ ਦੇਵ ਪੂਜਾ ਵੀ ਛੁੱਟ ਜਾਏਗੀ। ਇਸ ਤਰ੍ਹਾਂ ਇਹਨਾਂ ਨੇ ਸਲਾਹ ਕਰਕੇ ਪਾਤਸ਼ਾਹ ਅਕਬਰ ਪਾਸ ਫਰਿਆਦ ਕਰਨ ਵਾਸਤੇ ਆਪਣੇ ਕੁਝ ਮੁਖੀਆਂ ਨੂੰ ਲਾਹੌਰ ਭੇਜਿਆ। ਅਕਬਰ ਉਹਨਾਂ ਦਿਨਾਂ ਵਿੱਚ ਦਿੱਲੀ ਤੋਂ ਲਾਹੌਰ ਆਇਆ ਹੋਇਆ ਸੀ। ਇਹਨਾਂ ਨੇ ਪਾਤਸ਼ਾਹ ਦੇ ਦਰਬਾਰ ਹਾਜ਼ਰ ਹੋ ਕੇ ਉਸ ਨੂੰ ਆਪਣੀ ਸਾਰੀ ਗੱਲ ਦੱਸੀ ਕਿ ਬੇਨਤੀ ਕੀਤੀ ਹੈ ਕਿ ਗੁਰੂ ਜੀ ਨੂੰ ਸ਼ੀਘਰ ਹੀ ਸ਼ਾਹੀ ਫਰਮਾਨ ਭੇਜ ਕੇ ਇਹਨਾਂ ਬੇਮਰਿਆਦਾ ਕਾਰਵਾਈਆਂ ਕਰਨ ਤੋਂ ਰੋਕਿਆ ਜਾਵੇ, ਜਿਸ ਕਰਕੇ ਗੁਰੂ ਜੀ ਤੋਂ ਇਹਨਾਂ ਗੱਲਾਂ ਦਾ ਨਿਰਣਾ ਕਰਨ ਵਾਸਤੇ ਅਕਬਰ ਨੇ ਗੁਰੂ ਜੀ ਨੂੰ ਲਾਹੌਰ ਸੱਦ ਭੇਜਿਆ। ਅਕਬਰ ਪਾਤਸ਼ਾਹ ਦਾ ਸੱਦਾ ਪੱਤਰ ਪੜ੍ਹ ਕੇ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਆਦਿ ਸਿਆਣੇ ਸਿੱਖਾਂ ਨਾਲ ਸਲਾਹ ਕਰਕੇ ਸ਼੍ਰੀ ਰਾਮਦਾਸ ਜੀ ਨੂੰ ਲਾਹੌਰ ਜਾਣ ਵਾਸਤੇ ਆਗਿਆ ਦਿੱਤੀ। ਜਦ ਸ਼੍ਰੀ ਰਾਮਦਾਸ ਜੀ ਨੇ ਕਿਹਾ, ਮਹਾਰਾਜ ਮੈਂ ਕੋਈ ਸ਼ਾਸਤਰ ਆਦਿ ਗ੍ਰੰਥ ਨਹੀਂ ਪੜ੍ਹਿਆ, ਸ਼ਿਕਾਇਤੀਆਂ ਦੇ ਪ੍ਰਸ਼ਨਾਂ ਦਾ ਉੱਤਰ ਕਿਸ ਤਰ੍ਹਾਂ ਦਿਆਂਗਾ। ਗੁਰੂ ਜੀ ਨੇ ਕਿਹਾ, ਜਦ ਕੋਈ ਪ੍ਰਸ਼ਨ ਕਰੇ ਤਾਂ ਉਸ ਦਾ ਉੱਤਰ ਦੇਣ ਵਾਸਤੇ ਸਾਡਾ ਧਿਆਨ ਕਰਕੇ ਆਪਣੀ ਸੱਜੀ ਬਾਂਹ ਵੱਲ ਵੇਖਣਾ। ਤੁਹਾਨੂੰ ਸਭ ਵੇਦ ਸ਼ਾਸਤਰਾਂ ਦਾ ਗਿਆਨ ਹੋ ਜਾਵੇਗਾ ਅਤੇ ਪ੍ਰਸ਼ਨ ਦਾ ਉੱਤਰ ਦੇਣ ਵਿੱਚ ਕੋਈ ਔਕੜ ਪੇਸ਼ ਨਹੀਂ ਆਵੇਗੀ। ਗੁਰੂ ਜੀ ਦਾ ਹੁਕਮ ਮੰਨ ਕੇ ਸ਼੍ਰੀ ਰਾਮਦਾਸ ਜੀ ਲਾਹੌਰ ਚਲੇ ਗਏ ਅਤੇ ਦੂਸਰੇ ਦਿਨ ਪਾਤਸ਼ਾਹ ਦੀ ਕਚਹਿਰੀ ਵਿੱਚ ਪਹੁੰਚ ਗਏ। ਪਾਤਸ਼ਾਹ ਨੇ ਸ਼ਿਕਾਇਤੀਆਂ ਨੂੰ ਜਦ ਸੱਦ ਕੇ ਕਿਹਾ, ਤੁਹਾਨੂੰ ਗੁਰੂ ਜੀ ਵਿਰੁੱਧ ਕੀ ਸ਼ਿਕਾਇਤ ਹੈ, ਤਾਂ ਉਹਨਾਂ ਨੇ ਆਪਣੀ ਸਾਰੀ ਗੱਲ ਊਚ ਨੀਚ ਦੀ, ਸਾਂਝੀ ਸੰਗਤ ਪੰਗਤ ਦਾ ਵਰਤਾਰਾ ਅਤੇ ਗਾਇਤਰੀ ਮੰਤਰ ਦਾ ਤਿਆਗ ਦੱਸ ਕੇ ਹਿੰਦੂ ਧਰਮ ਨੂੰ ਇੱਕ ਬੜਾ ਭਾਰਾ ਖਤਰਾ ਦੱਸਿਆ। ਜਦ ਸ਼੍ਰੀ ਰਾਮਦਾਸ ਜੀ ਨੇ ਉਹਨਾਂ ਦੇ ਹਰ ਪ੍ਰਸ਼ਨਾਂ ਦਾ ਉੱਤਰ ਦੇ ਕੇ ਪਾਤਸ਼ਾਹ ਦੀ ਤਸੱਲੀ ਕਰਾ ਦਿੱਤੀ ਤਾਂ ਫਿਰ ਸ਼ਿਕਾਇਤੀਆਂ ਨੇ ਕਿਹਾ, ਜੇ ਇਹ ਠੀਕ ਕਹਿੰਦੇ ਹਨ ਤਾਂ ਗਾਇਤਰੀ ਮੰਤਰ ਪੜ੍ਹ ਕੇ ਸਾਨੂੰ ਦੱਸਣ। ਜੇ ਇਹਨਾਂ ਨੂੰ ਗਾਇਤਰੀ ਮੰਤਰ ਵੀ ਯਾਦ ਨਹੀਂ ਹੈ ਤਾਂ ਫਿਰ ਇਹ ਆਪਣੇ ਖੱਤਰੀ ਧਰਮ ਵਿੱਚ ਪੱਕੇ ਕਿਸ ਤਰ੍ਹਾਂ ਹੋ ਸਕਦੇ ਹਨ। ਤਦ ਸ਼੍ਰੀ ਗੁਰੂ ਰਾਮਦਾਸ ਜੀ ਨੇ ਗਾਇਤਰੀ ਦਾ ਪਾਠ ਅਤੇ ਉਸ ਦੇ ਅਰਥ ਕਰਕੇ ਬੜੀ ਸੁੰਦਰ ਧੁਨੀ ਅਤੇ ਮਿੱਠੀ ਰਸਨਾ ਨਾਲ ਸੁਣਾਏ, ਜਿਸ ਨੂੰ ਸੁਣ ਕੇ ਸ਼ਿਕਾਇਤੀਏ ਚੁੱਪ ਦੇ ਚੁੱਪ ਰਹਿ ਗਏ ਅਤੇ ਪਾਤਸ਼ਾਹ ਨੂੰ ਨਮਸਕਾਰਾਂ ਕਰਕੇ ਕਚਹਿਰੀ ਵਿੱਚੋਂ ਨਿਕਲ ਗਏ। ਉਸ ਤੋਂ ਬਾਅਦ ਪਾਤਸ਼ਾਹ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸਿਰ ਭੋਂ ਦੇ ਕੇ ਆਦਰ ਨਾਲ ਵਿਦਾ ਕੀਤਾ ਅਤੇ ਕਿਹਾ, ਮੈਂ ਇੱਥੋਂ ਵਾਪਸ ਦਿੱਲੀ ਨੂੰ ਜਾਂਦਾ ਹੋਇਆ ਗੋਇੰਦਵਾਲ ਠਹਿਰ ਕੇ ਗੁਰੂ ਜੀ ਦੇ ਦਰਸ਼ਨ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।